ਆਓ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। JMC ਦੀ ਸਾਰਿਆਂ ਭੈਣਾਂ ਭਰਾਵਾਂ ਨੂੰ ਵਚਨ ਪੜ੍ਹਦੇ ਹਾਂ। ਯਾਕੂਬ 5:13 ਤੋਂ ਲੈ ਕੇ, ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ, ਕੋਈ ਆਨੰਦ ਹੈ ਤਾਂ ਭਜਨ ਗਾਵੇ। ਕੀ ਤੁਹਾਡੇ ਵਿੱਚ ਕੋਈ ਮੰਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦਾ ਘੱਲੇ ਅਤੇ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ, ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ। ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ਼ ਕੀਤੇ ਜਾਣਗੇ। ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਰੋਏ ਕੀਤੇ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਜਿਹੜੇ ਧਰਮੀ ਪ੍ਰਾਰਥਨਾ ਕਰਦੇ ਨੇ, ਪ੍ਰਭੂ ਦੇ ਚੁਣੇ ਹੋਏ ਲੋਕ ਨੇਚਾ ਦੇ ਨਾਲ ਪ੍ਰਾਰਥਨਾ ਕਰਦੇ ਨੇ, ਉਸ ਪ੍ਰਾਰਥਨਾ ਦੇ ਵਿੱਚ ਬਹੁਤ ਅਸਰ ਹੁੰਦਾ ਹੈ। ਪ੍ਰਭੂ ਦਾ ਵਚਨ ਕਹਿੰਦਾ ਕਿ ਜਿਹੜੀ ਧਰਮੀ ਪੁਰਖ ਪ੍ਰਾਰਥਨਾ ਕਰਦਾ ਉਸ ਪ੍ਰਾਰਥਨਾ ਦੇ ਵਿੱਚ ਬਹੁਤ ਅਸਰ ਹੁੰਦਾ। ਅਤੇ ਜਿਹੜੇ ਵੀ ਉਹਦੇ ਚੁਣੇ ਹੋਏ ਨੇ, ਜੋ ਪ੍ਰਾਰਥਨਾ ਜਦੋਂ ਕਰਦੇ ਨੇ ਉਸ ਪ੍ਰਾਰਥਨਾ ਦੇ ਵਿੱਚ ਬਹੁਤ ਸਾਰਾ ਅਸਰ ਹੁੰਦਾ ਹੈ ਜਦੋਂ ਪ੍ਰਾਰਥਨਾ ਕੀਤੀ ਜਾਂਦੀ ਹੈ। ਔਰ ਜਿਹੜੀ ਪ੍ਰਾਰਥਨਾ ਨਿਹਚਾ ਅਤੇ ਵਿਸ਼ਵਾਸ ਦੇ ਨਾਲ ਔਰ ਦਿਲ ਤੋਂ ਦੁਆ ਕੀਤੀ ਜਾਂਦੀ ਹੈ ਉਹ ਜ਼ਰੂਰ ਸੁਣੀ ਜਾਂਦੀ ਹੈ। ਉਹ ਬਿਮਾਰ ਨੂੰ ਬਚਾਵੇਗੀ, ਉਹ ਪ੍ਰਭੂ ਨੂੰ ਉਠਾ ਖੜਾ ਕਰੇਗਾ। ਜਿਹੜੀ ਨਿਹਚਾ ਨਾਲ ਪ੍ਰਾਰਥਨਾ ਕੀਤੀ ਗਈ ਹੈ ਤਾਂ ਉਹਦੇ ਪਾਪ ਵੀ ਉਹਨੂੰ ਮਾਫ਼ ਕੀਤੇ ਜਾਣਗੇ। ਤਾਂ ਪ੍ਰਭੂ ਦਾ ਵਚਨ ਇਹੀ ਕਹਿੰਦਾ ਹੈ ਕਿ ਅੱਜ ਜਿਹੜੇ ਵੀ ਤੁਸੀਂ ਪ੍ਰਾਰਥਨਾ ਸੁਣੋ, ਜਦੋਂ ਇਸ ਪ੍ਰਾਰਥਨਾ ਨੂੰ ਸੁਣੋ ਔਰ ਵਿਸ਼ਵਾਸ ਦੇ ਨਾਲ ਸੁਣਨਾ, ਇਸ ਪ੍ਰਾਰਥਨਾ ਨੂੰ ਰਿਸੀਵ ਕਰਨਾ ਆਪਣੀ ਜੀਵਨ ਦੇ ਵਿੱਚ, ਤਾਂ ਪ੍ਰਭੂ ਜ਼ਰੂਰ ਉਸ ਤੁਹਾਡੇ ਕੰਮਾਂ ਨੂੰ ਪੂਰਾ ਕਰੇਗਾ। ਜੇ ਕੋਈ ਬਿਮਾਰ ਹੈ ਤਾਂ ਉਹਨੂੰ ਚੰਗਾ ਵੀ ਕਰੇਗਾ, ਉਹਨੂੰ ਉਠਾ ਖੜਾ ਕਰੇਗਾ। ਔਰ ਜੇ ਕਿਸੇ ਨੇ ਕੋਈ ਪਾਪ ਵੀ ਕੀਤੇ ਹੋਣ ਤਾਂ ਉਹ ਆਪਣੇ ਪਾਪਾਂ ਦਾ ਇਕਰਾਰ ਕਰੇ, ਪ੍ਰਭੂ ਤੂੰ ਮਾफ़ੀ ਮੰਗੇ, ਤਾਂ ਉਹਦੇ ਪਾਪ ਵੀ ਮਾफ़ ਕੀਤੇ ਜਾਣਗੇ। ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਜੇ ਤੁਸੀਂ ਕੋਈ ਪਾਪ ਕੀਤੇ ਹੋਣਗੇ ਤਾਂ ਉਹ ਮਾफ़ ਕੀਤੇ ਜਾਣਗੇ। ਆਪਣੇ ਪਾਪਾਂ ਦਾ ਇਕਰਾਰ ਕਰੋ, ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਪ੍ਰਾਰਥਨਾ ਕਰੋ ਭਈ ਤੁਸੀਂ ਨਰੋਏ ਕੀਤੇ ਜਾਓ। ਇੱਕ ਦੂਸਰੇ ਦੇ ਲਈ ਪ੍ਰਾਰਥਨਾ ਕਰੋ। ਜੇ ਕੋਈ ਹੋਰ ਵੀ ਦੁਖੀ ਹੈ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ ਕਿ ਤੁਸੀਂ ਨਰੋਏ ਕੀਤੇ ਜਾਓ। ਕਿਉਂਕਿ ਅੱਗੇ 17 ਦੇ ਵਿੱਚ ਲਿਖਿਆ ਏਲੀਆ ਵੀ ਸਾਡੇ ਵਰਗਾ ਇੱਕ ਮਨੁੱਖ ਸੀ। ਜਿਸ ਤਰ੍ਹਾਂ ਦੇ ਅਸੀਂ ਇਹ ਮਨੁੱਖ ਪ੍ਰਭੂ ਦਾ, ਉਹ ਵੀ ਇੱਕ ਚੁਣਿਆ ਹੋਇਆ ਲੋਕ ਸੀ। ਪਰ ਉਹਨੇ ਜਦੋਂ ਪ੍ਰਾਰਥਨਾ ਕੀਤੀ, ਜਦੋਂ ਕਾਲ ਪਏ 3.5 ਸਾਲ ਮੀਂਹ ਨਹੀਂ ਸੀ ਪਿਆ, ਅਤੇ ਜਦੋਂ ਉਹਨੇ ਦੁਬਾਰਾ ਪ੍ਰਾਰਥਨਾ ਕੀਤੀ ਤਾਂ ਫਿਰ ਮੀਂਹ ਪਿਆ, ਕਿਉਂਕਿ ਉਹਨੇ ਨਿਹਚਾ ਦੇ ਨਾਲ ਪ੍ਰਾਰਥਨਾ ਕੀਤੀ ਸੀ। ਜਿਹੜੀ ਪ੍ਰਾਰਥਨਾ ਦੇ ਵਿੱਚ ਨਿਹਚਾ ਹੈ, ਵਿਸ਼ਵਾਸ ਹੈ, ਭਰੋਸਾ ਹੈ, ਤਾਂ ਉਹ ਪ੍ਰਾਰਥਨਾ ਸੁਣੀ ਜਾਂਦੀ ਹੈ। ਤਾਂ ਉਹ ਜਿਸ ਤਰ੍ਹਾਂ ਏਲੀਆ ਦੀ ਪ੍ਰਾਰਥਨਾ ਸੁਣੀ ਗਈ, ਅੱਜ ਵਿਸ਼ਵਾਸ ਕਰੋ ਕਿ ਤੁਹਾਡੀ ਪ੍ਰਾਰਥਨਾ ਸੁਣੀ ਗਈ ਹੈ। ਜੋ ਵੀ ਕੋਈ ਬਿਮਾਰ ਹੈ ਚੰਗਾ ਹੋਊਗਾ, ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਆਜ਼ਾਦ ਕੀਤਾ ਜਾਊਗਾ ਦੁੱਖਾਂ ਤੋਂ, ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ, ਮੁਸ਼ਕਲਾਂ ਤੋਂ। ਤਾਂ ਅੱਜ ਅਸੀਂ ਤੇਲ ਔਰ ਪਾਣੀ ਦੇ ਉੱਤੇ ਵੀ ਅਸੀਂ ਪ੍ਰਾਰਥਨਾ ਕਰਾਂਗੇ। ਜੇ ਤੁਹਾਨੂੰ ਤੇਲ ਤੁਸੀਂ ਆਪਣੇ ਕੋਲ ਰੱਖ ਸਕਦੇ ਜੇ, ਪਾਣੀ ਆਪਣੇ ਕੋਲ ਰੱਖ ਲਓ ਔਰ ਪ੍ਰਾਰਥਨਾ ਕਰਾਂਗੇ ਤਾਂ ਪ੍ਰਭੂ ਤੁਹਾਨੂੰ ਚੰਗਾ ਕਰੇਗਾ। ਜਿਸ ਜਗ੍ਹਾ 'ਤੇ ਉਹ ਤੇਲ ਲਾਇਆ ਜਾਏਗਾ, ਪ੍ਰਾਰਥਨਾ ਦਾ ਉਹਦੇ ਉੱਤੇ ਅਭਿਸ਼ੇਕ ਹੋਏਗਾ। ਜਿਸ ਤਰ੍ਹਾਂ ਇਸ ਵਚਨ ਦੇ ਵਿੱਚ ਵੀ ਲਿਖਿਆ, ਜੇ ਕੋਈ ਬਿਮਾਰ ਹੈ ਤਾਂ ਤੇਲ ਚਸੋ ਅਤੇ ਪ੍ਰਾਰਥਨਾ ਕਰੋ। ਤਾਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਤਾਂ ਅਸੀਂ ਅੱਜ ਤੇਲ 'ਤੇ ਪ੍ਰਾਰਥਨਾ ਕਰਦੇ ਹਾਂ ਔਰ ਉਹਨੂੰ ਮੱਸਾ ਕਰਦੇ ਹਾਂ। ਔਰ ਉਹ ਤੇਲ ਜਿੱਥੇ ਵੀ ਲਾਇਆ ਜਾਏਗਾ ਤਾਂ ਬਿਮਾਰੀਆਂ ਦੇ ਬੰਧਨ ਟੁੱਟ ਜਾਣਗੇ। ਔਰ ਉਹ ਪਾਣੀ ਜੋ ਵੀ ਪ੍ਰਾਰਥਨਾ ਕੀਤੀ ਜਾਏਗੀ, ਉਹ ਪਾਣੀ ਨਹੀਂ, ਉਹ ਯਿਸੂ ਦਾ ਲਹੂ ਹੋ ਜਾਏਗਾ। ਔਰ ਤੇਲ ਨਹੀਂ, ਉਹ ਯਿਸੂ ਦਾ ਲਹੂ ਬਣ ਜਾਏਗਾ। ਤਾਂ ਉਹਦੇ ਦੁਆਰਾ ਬਹੁਤ ਸਾਰੇ ਤੁਹਾਡੇ ਬੰਧਨ ਟੁੱਟਣਗੇ, ਤੁਹਾਡੇ ਘਰਾਂ ਦੇ ਬੰਧਨ ਟੁੱਟਣਗੇ, ਤੁਹਾਡੇ ਪਰਿਵਾਰਾਂ ਦੇ ਬੰਧਨ ਟੁੱਟਣਗੇ। ਪ੍ਰਭੂ ਤੁਹਾਨੂੰ ਆਜ਼ਾਦ ਕਰੇਗਾ। ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਦੁਆ ਪ੍ਰਾਰਥਨਾ, ਤਾਂ ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਓ, ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ। ਜੇ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਹੈ ਤਾਂ ਚਿੰਤਾ ਉਹਦੇ ਹੱਥਾਂ ਵਿੱਚ ਦੇ ਦਿਓ। ਪ੍ਰਭੂ ਤੁਹਾਡੀਆਂ ਸਾਰੀਆਂ ਚਿੰਤਾਵਾਂ ਨੂੰ ਲੈ ਲਏਗਾ। ਪ੍ਰਭੂ ਤੁਹਾਡਾ ਧੰਨਵਾਦ ਕਰਦੀਆਂ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ, ਤੁਹਾਡੀ ਜੈ ਜੈਕਾਰ ਕਰਦੀਆਂ। ਮੇਰੇ ਮਹਾਨ ਪਿਤਾ ਪਰਮੇਸ਼ਰ, ਤੂੰ ਮਹਾਨ ਔਰ ਦਇਆਵਾਨ ਔਰ ਸ਼ਕਤੀਸ਼ਾਲੀ ਪਰਮੇਸ਼ਰ ਹੈ। ਮੈਂ ਤੇਰਾ ਧੰਨਵਾਦ ਕਰਦੀਆਂ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਕਰਦੀਆਂ, ਹਰ ਇੱਕ ਭਲਾਈ ਲਈ ਤੁਹਾਡਾ ਧੰਨਵਾਦ ਕਰਦੀਆਂ। ਅੱਜ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਪ੍ਰਭੂ ਤੇਰਾ ਧੰਨਵਾਦ 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 ਕਰਦੇ। ਅਸੀਂ ਤੁਹਾਡੇ ਉੱਤੇ ਭਰੋਸਾ ਕਰਦੇ ਆ। ਕਹੋ ਤਾਂ 3:5 ਦੇ ਵਿੱਚ ਵੀ ਲਿਖਿਆ, ਆਪਣੇ ਪੂਰੇ ਦਿਲ ਨਾਲ ਪ੍ਰਭੂ ਉੱਤੇ ਭਰੋਸਾ ਰੱਖੋ, ਆਪਣੀ ਸਮਝ ਤੇ ਇਤਬਾਰ ਨਾ ਕਰੋ। ਤੁਸੀਂ ਪ੍ਰਭੂ ਦੇ ਉੱਤੇ ਭਰੋਸਾ ਰੱਖਿਆ ਤਾਂ ਪ੍ਰਭੂ ਤੁਹਾਡੀ ਉਸ ਪ੍ਰਾਰਥਨਾ ਨੂੰ ਸੁਣੇਗਾ ਔਰ ਪੂਰਾ ਕਰੇਗਾ। ਪ੍ਰਭੂ ਦੇ ਉੱਤੇ ਆਪਣੇ ਸਭ ਕੁਝ ਛੱਡ ਦਿਓ, ਘਰ-ਬਾਰ, ਬਿਜ਼ਨਸ, ਬੱਚੇ, ਸਭ ਕੁਝ ਉਹਦੇ ਹੱਥਾਂ 'ਚ ਦੇ ਦਿਓ।
ਤਾਂ ਪ੍ਰਭੂ ਤੁਹਾਡੇ ਉਹ ਕੰਮਾਂ ਨੂੰ ਪੂਰਿਆ ਕਰੇਗਾ। ਹਾਲੇਲੂਇਆ, ਹਾਲੇਲੂਇਆ। ਧੰਨਵਾਦ, ਧੰਨਵਾਦ, ਧੰਨਵਾਦ। ਤਾਰੀਫ ਹੋ ਤੁਹਾਡੀ, ਮਹਿਮਾ ਹੋ ਤੁਹਾਡੀ, ਵਡਿਆਈ ਤੁਹਾਡੀ, ਜੈ ਜੈਕਾਰ ਕਰਦੀਆਂ ਮੇਰੇ ਮਹਾਨ ਪਿਤਾ ਪਰਮੇਸ਼ਰ। ਅੱਜ ਤੱਕ ਸੰਭਾਲ ਕੇ ਰੱਖਿਆ, ਹਿਫਾਜ਼ਤ ਕੀਤੀ ਪਿਤਾ, ਤੇਰਾ ਧੰਨਵਾਦ, ਧੰਨਵਾਦ, ਧੰਨਵਾਦ ਕਰਦਿਆਂ ਮੇਰੇ ਪਿਤਾ। ਤੇਰੀ ਮਹਿਮਾ ਹੋ, ਤੇਰੀ ਵਡਿਆਈ ਹੋ, ਮੇਰੇ ਰਾਜੇ ਹੋ ਕੇ ਰਾਜਾ, ਬਾਦਸ਼ਾਹ ਹੋ ਕੇ ਬਾਦਸ਼ਾਹ, ਦੁਆਵਾਂ ਨੂੰ ਸੁਣਨ ਵਾਲਿਆ ਤੁਹਾਡਾ ਧੰਨਵਾਦ। ਧੰਨਵਾਦ ਕਰਦੀਆਂ ਲਾਲ ਸਮੁੰਦਰ ਨੂੰ 2 ਹਿੱਸਿਆਂ ਦੇ ਵਿੱਚ ਵੰਡਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ, ਧੰਨਵਾਦ ਕਰਦੀਆਂ ਮੇਰੇ ਪਿਤਾ। ਹਾਲੇਲੂਇਆ। ਅੱਜ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਤੂਫਾਨ ਹੈ ਉਹ ਥੰਮ ਜਾਏ ਯਿਸੂ ਮਸੀਹ ਦੇ ਨਾਂ ਦੇ ਵਿੱਚ। ਹਾਲੇਲੂਇਆ। ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ, ਜਿੰਨੇ ਭੈਣਾਂ ਭਰਾ ਇਸ ਪ੍ਰਾਰਥਨਾ ਨੂੰ ਸੁਣਨ ਔਰ ਬੱਚੇ ਸੁਣਨ, ਉਹ ਆਸ਼ ਔਰ ਬਰਕਤ ਪਾਣ ਮੇਰੇ ਪਿਤਾ ਪਰਮੇਸ਼ਰ। ਮੈਂ ਖਾਸ ਕਰਕੇ ਅੱਜ ਬੱਚਿਆਂ ਲਈ ਪ੍ਰਾਰਥਨਾ ਕਰਦੀ ਹਾਂ ਪ੍ਰਭੂ, ਜਿੰਨੇ ਵੀ ਸਟੂਡੈਂਟ ਨੇ ਪ੍ਰਭੂ, ਬੱਚੇ ਨੇ ਛੋਟੇ ਵੱਡੇ, ਜਿੰਨੇ ਵੀ ਸਕੂਲਾਂ ਦੇ ਵਿੱਚ ਜਾਂਦੇ ਜਾਂ ਕਾਲਜ ਦੇ ਵਿੱਚ ਜਾਂਦੇ ਜਾਂ ਕੋਈ ਕੋਰਸ ਕਰ ਰਹੇ ਮੇਰੇ ਪਿਤਾ ਪਰਮੇਸ਼ਰ, ਮੈਂ ਉਹਨਾਂ ਬੱਚਿਆਂ ਨੂੰ ਅੱਜ ਤੇਰੇ ਹੱਥਾਂ ਦੇ ਵਿੱਚ ਸੌਂਪਦੀ ਹਾਂ। ਇੱਕ ਇੱਕ ਬੱਚੇ ਨੂੰ ਆਪਣੀ ਬੁੱਧ ਗਿਆਨ ਸਮਝ ਦੇ ਵਿੱਚ ਭਰ ਦੇ ਮੇਰੇ ਪਿਤਾ ਪਰਮੇਸ਼ਰ। ਜੇ ਕੋਈ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ ਤਾਂ ਪ੍ਰਭੂ ਉਹਨੂੰ ਅੱਜ ਆਪਣੀ ਬੁੱਧ ਦਾ ਮਸਾ ਦੇ, ਆਪਣੀ ਬੁੱਧ ਦੇ ਅਭਿਸ਼ੇਕ ਦੇ ਨਾਲ ਉਹਨਾਂ ਨੂੰ ਭਰ ਦੇ ਮੇਰੇ ਪਿਤਾ ਪਰਮੇਸ਼ਰ, ਕਿ ਉਹਨਾਂ ਨੂੰ ਇੰਨੀ ਸਮਝ ਦੇ ਪ੍ਰਭੂ, ਜੋ ਉਹਨਾਂ ਦੇ ਲਈ ਹਾਰਡ ਕਲਾਸ ਹੈ ਉਹ ਵੀ ਉਹਨਾਂ ਨੂੰ ਈਜ਼ੀ ਲੱਗੇ ਮੇਰੇ ਪਿਤਾ ਪਰਮੇਸ਼ਰ। ਇੱਕ ਇੱਕ ਬੱਚੇ ਦੀ ਮਦਦ ਔਰ ਸਹਾਇਤਾ ਕਰ ਮੇਰੇ ਪਿਤਾ ਪਰਮੇਸ਼ਰ। ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਵਧਾ ਪ੍ਰਭੂ ਜੀ, ਤੇਰੀ ਮਹਿਮਾ ਹੋਵੇ, ਤੁਹਾਡੀ ਵਡਿਆਈ ਹੋਵੇ, ਉਹ ਤੁਹਾਡੇ ਵਿੱਚ ਵੀ ਵਧਣ ਪ੍ਰਭੂ, ਤੁਹਾਨੂੰ ਵੀ ਜਾਣਨ ਬੱਚੇ, ਤੁਹਾਡੇ ਵਿੱਚ ਵੀ ਵਧਦੇ ਚਲੇ ਜਾਣ ਮੇਰੇ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੀਆਂ। ਅੱਜ ਜੋ ਕੋਈ ਬਿਮਾਰ ਹੈ ਤਾਂ ਬਿਮਾਰੀਆਂ ਦੇ ਬੰਧਨ ਟੁੱਟ ਜਾਣਾ, ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ। ਅਸੀਂ ਅੱਜ ਡਿਪਰੈਸ਼ਨ ਵਾਲੀ ਗੰਦੀ ਬਿਮਾਰੀ ਨੂੰ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੁਕਮ ਦਿੰਦੇ ਹਾਂ, ਹਰ ਬਿਮਾਰੀ ਜਾਂਦੀ ਲੱਗੇ। ਡਿਪਰੈਸ਼ਨ ਵਾਲੀ, ਐਕਸੀਡੈਂਟ ਵਾਲੀਆਂ ਆਤਮਾਵਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਛੱਡ ਕੇ ਚਲੀਆਂ ਜਾਣ। ਕੋਈ ਵੀ ਨੁਕਸਾਨ ਕਰਨ ਵਾਲੀਆਂ ਆਤਮਾਵਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ। ਤੂੰ ਗੁੱਡੇ ਗੋਟਿਆਂ ਨੂੰ ਨਰੋਇਆ ਕਰ ਮੇਰੇ ਯਿਸੂ ਮਸੀਹ। ਹਾਲੇਲੂਇਆ। ਹੱਡੀਆਂ ਨੂੰ ਪ੍ਰਭੂ, ਜੇ ਕਿਸੇ ਦੀ ਕੋਈ ਹੱਡੀ ਟੁੱਟੀ ਹੋਈ ਹੈ ਤਾਂ ਜੁੜ ਜਾਏ ਯਿਸੂ ਮਸੀਹ ਦੇ ਨਾਂ ਦੇ ਵਿੱਚ। ਹੱਡੀਆਂ ਨੂੰ ਮਜ਼ਬੂਤ ਕਰ ਮੇਰੇ ਪਿਤਾ। ਜਿਹੜੀ ਵੀ ਕਿਸੇ ਦੀ ਹੱਡੀਆਂ ਦੇ ਵਿੱਚ ਕੋਈ ਕਮਜ਼ੋਰੀ ਹੈ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹ ਮਜ਼ਬੂਤ ਹੋ ਜਾਣ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ ਕਰਦੀਆਂ। ਸਾਰੀਆਂ ਨਿਰਾਸ਼ਾ ਪਰੇਸ਼ਾਨੀਆਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀਆਂ ਲੱਗਣ। ਆਪਣੀ ਖੁਸ਼ੀ, ਆਪਣੇ ਆਨੰਦ ਨਾਲ ਭਰ ਮੇਰੇ ਪਿਤਾ ਪਰਮੇਸ਼ਰ। ਜੇ ਕੋਈ ਸਰੀਰ ਦੇ ਵਿੱਚ ਕਮਜ਼ੋਰ ਹੈ ਤਾਂ ਉਹ ਨਵਾਂ ਬਲ, ਨਵੀਂ ਸ਼ਕਤੀ, ਨਵੀਂ ਸਮਰਥ ਪਾਵੇ ਮੇਰੇ ਪਿਤਾ ਪਰਮੇਸ਼ਰ। ਜੇ ਕਿਸੇ ਦੇ ਕੋਈ ਵੀ ਪ੍ਰੋਬਲਮ, ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਜੇ ਸਾਰੀਆਂ ਬਿਮਾਰੀਆਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀਆਂ ਲੱਗਣ ਔਰ ਚੰਗਿਆਈ ਪਾਣ ਮੇਰੇ ਪਿਤਾ। ਹਾਲੇਲੂਇਆ। ਹਾਰਟ ਨੂੰ ਛੂ, ਲੀਵਰ ਨੂੰ, ਗੁਰਦਿਆਂ ਨੂੰ ਛੂ ਲਾ ਮੇਰੇ ਪਿਤਾ ਪਰਮੇਸ਼ਰ। ਤੁਸੀਂ ਫੇਫੜਿਆਂ ਨੂੰ ਛੂ ਲਓ ਮੇਰੇ ਪਿਤਾ। ਹਰ ਇੱਕ ਸਰੀਰ ਦੇ ਅੰਗ ਨੂੰ ਛੂ ਲਓ ਮੇਰੇ ਪਿਆਰੇ ਖੁਦਾ। ਜੇ ਕਿਸੇ ਦੇ ਕਿਸੇ ਵੀ ਸਰੀਰ ਦੇ ਵਿੱਚ ਕੋਈ ਵੀ ਕਮੀ ਹੈ, ਕਿਸੇ ਵੀ ਅੰਗ ਦੇ ਵਿੱਚ ਪ੍ਰਭੂ, ਉਸ ਅੰਗ ਨੂੰ ਛੂ ਹੋਰ ਚੰਗਿਆ ਕਰ ਮੇਰੇ ਪਿਤਾ ਪਰਮੇਸ਼ਰ। ਹਰ ਬਿਮਾਰੀ ਦਾ ਇਲਾਜ ਹੈ ਪ੍ਰਭੂ। ਤੁਸੀਂ ਦੁਖੀਆਂ ਨੂੰ ਚੰਗਾ ਕਰਨ ਦੇ ਲਈ ਆਏ ਪ੍ਰਭੂ। ਤੁਸੀਂ ਕਹਿੰਦੇ ਮੈਂ ਜਾਣਦਾ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਤੂੰ ਸਾਡੇ ਮੰਗਣ ਤੋਂ ਪਹਿਲੇ ਹੀ ਜਾਣਦਾ ਮੇਰੇ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਹਾਂ। ਜੇ ਕੋਈ ਵੀ ਅੱਜ ਤੁਹਾਥੋਂ ਕੁਛ ਮੰਗ ਰਿਹਾ ਪ੍ਰਭੂ ਤਾਂ ਉਹਨਾਂ ਨੂੰ ਪਿਤਾ ਪਰਮੇਸ਼ਰ ਤੇਰੇ ਵੱਲੋਂ ਹੋ ਜਾਏ। ਜੇ ਕਿਸੇ ਦੇ ਕੋਈ ਲੋਨ ਦੀ ਪ੍ਰੋਬਲਮ ਹੈ ਤਾਂ ਯਿਸੂ ਮਸੀਹ ਉਹਨਾਂ ਨੂੰ ਲੋਨ ਉਹਨਾਂ ਦਾ ਪਾਸ ਹੋ ਜਾਣ। ਕਿਸੇ ਵੀ ਤਰ੍ਹਾਂ ਦਾ ਲੋਨ ਚਾਹੀਦਾ ਕਿਸੇ ਨੂੰ ਪ੍ਰਭੂ, ਜਾਂ ਕੋਈ ਸਟੂਡੈਂਟ ਹੈ ਸਟੱਡੀ ਦੇ ਲਈ ਚਾਹੀਦਾ, ਜਾਂ ਘਰ ਲਈ ਚਾਹੀਦਾ, ਜਾਂ ਕਿਸੇ ਵੀ ਚੀਜ਼ ਗੱਡੀਆਂ ਲਈ ਚਾਹੀਦਾ, ਉਹ ਪ੍ਰਭੂ ਉਹ ਲੋਨ ਪਾਸ ਹੋ ਜਾਣ ਮੇਰੇ ਪਿਤਾ। ਜੇ ਕਿਸੇ ਦਾ ਕੋਈ ਕੇਸ ਹੈ ਤਾਂ ਕੇਸ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹਨਾਂ ਦੇ ਹੱਕ 'ਚ ਹੋ ਜਾਣ ਮੇਰੇ ਪਿਤਾ। ਇੱਕ ਇੱਕ ਦੀ ਮਦਦ ਔਰ ਸਹਾਇਤਾ ਕਰ ਮੇਰੇ ਪਿਤਾ ਪਰਮੇਸ਼ਰ। ਮੈਂ ਤੁਹਾਡਾ ਧੰਨਵਾਦ ਕਰਦੀਆਂ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਕਰਦੀਆਂ ਪ੍ਰਭੂ। ਇੱਕ ਇੱਕ ਦੇ ਉੱਤੇ ਤੁਹਾਡਾ ਮਸਾ, ਤੁਹਾਡਾ ਅਭਿਸ਼ੇਕ ਮੰਗਦੀਆਂ ਪ੍ਰਭੂ। ਜਿਨ੍ਹਾਂ ਅੱਜ ਤੱਕ ਤੈਨੂੰ ਨਹੀਂ ਜਾਣਿਆ ਉਹ ਵੀ ਤੁਹਾਨੂੰ ਜਾਣ ਪ੍ਰਭੂ। ਆਪਣੇ ਪਾਪਾਂ ਦਾ ਇਕਰਾਰ ਕਰ ਸਕਣ ਕਿ ਉਹਨਾਂ ਦੇ ਪਾਪ ਮਾਫ ਕੀਤੇ ਜਾਣ ਮੇਰੇ ਪਿਤਾ। ਤੁਸੀਂ ਕਿਹਾ ਜੇ ਉਹਨੇ ਕੋਈ ਪਾਪ ਵੀ ਕੀਤੇ ਹੋਣਗੇ, ਵਚਨ ਦੇ ਵਿੱਚ ਲਿਖਿਆ, ਤਾਂ ਉਹਦੇ ਪਾਪ ਮਾਫ ਕੀਤੇ ਜਾਣਗੇ। ਜਿਹੜਾ ਵੀ ਤੁਹਾਡੇ ਕੋਲ ਆਉਂਦਾ ਆਪਣੇ ਪਾਪਾਂ ਦਾ ਇਕਰਾਰ ਕਰਦਾ ਤਾਂ ਉਹਦੇ ਪਾਪ ਮਾਫ ਕੀਤੇ ਜਾਂਦੇ ਆ ਮੇਰੇ ਪਿਤਾ ਪਰਮੇਸ਼ਰ। ਅੱਜ ਹਰ ਇੱਕ ਦੇ ਪਾਪ ਮਾਫ ਹੋ ਜਾਣ ਮੇਰੇ ਯਿਸੂ ਮਸੀਹ। ਤੁਹਾਡਾ ਧੰਨਵਾਦ ਕਰਦੇ ਆ। ਜੇ ਕਿਸੇ ਨੇ ਤੇਲ ਆਪਣੇ ਕੋਲ ਰੱਖਿਆ ਮੇਰੇ ਪਿਤਾ ਪਰਮੇਸ਼ਰ, ਤੇਲ ਜਾਂ ਪਾਣੀ ਪ੍ਰਭੂ ਉਹਨਾਂ ਦੇ ਰੱਖਿਆ ਹੋਇਆ, ਤਾਂ ਅੱਜ ਉਸ ਤੇਲ ਤੇ ਤੇਰਾ ਅਭਿਸ਼ੇਕ ਮੰਗਦੀਆਂ, ਉਸ ਪਾਣੀ ਤੇ ਤੇਰਾ ਲਹੂ ਮੰਗਦੀਆਂ। ਤੇਰਾ ਲਹੂ, ਤੇਰਾ ਵਿਖੇ ਪਿਤਾ ਪਰਮੇਸ਼ਰ ਅਭਿਸ਼ੇਕ ਉਹਦੇ ਉੱਤੇ ਮੰਗ ਲੈਂਦੇ ਆ ਮੇਰੇ ਪਿਤਾ ਪਰਮੇਸ਼ਰ। ਇਸ ਤੇਲ ਦੇ ਵਿੱਚ, ਇਸ ਪਾਣੀ ਦੇ ਵਿੱਚ ਹੁਣ ਪਾਣੀ ਉਹ ਤੇਲ ਨਾ ਰਹੇ ਯਿਸੂ ਮਸੀਹ, ਤੇਰਾ ਲਹੂ ਬਣ ਜਾਏ ਮੇਰੇ ਪਿਤਾ ਪਰਮੇਸ਼ਰ। ਜਿੱਥੇ ਵੀ ਉਹ ਪਾਣੀ ਲਾ ਪੀਤਾ ਜਾਏ ਜਾਂ ਛਿੜਕਿਆ ਜਾਏ ਯਿਸੂ ਮਸੀਹ, ਉੱਥੇ ਤੇਰੇ ਵੱਡੇ ਕੰਮ
ਕੰਮ ਹੋਣ ਮੇਰੇ ਪਿਤਾ ਪਰਮੇਸ਼ਰ। ਬਿਮਾਰੀਆਂ ਚਲੀਆਂ ਜਾਣ, ਜੇ ਘਰਾਂ ਦੇ ਵਿੱਚ ਛਿੜਕਿਆ ਜਾਏ ਤਾਂ ਘਰਾਂ ਦੇ ਵਿੱਚ ਲੜਾਈ ਝਗੜੇ ਖਤਮ ਹੋ ਜਾਣ, ਤੇਰਾ ਪਿਆਰ, ਤੇਰਾ ਆਨੰਦ, ਤੇਰੀ ਸ਼ਾਂਤੀ ਆ ਜਾਏ ਘਰਾਂ ਦੇ ਵਿੱਚ ਮੇਰੇ ਪਿਤਾ। ਹਾਲੇਲੂਇਆ। ਜੇ ਖੱਤਿਆਂ ਦੇ ਵਿੱਚ ਛਿੜਕਿਆ ਜਾਏ ਤਾਂ ਉਹਨਾਂ ਖੱਤਿਆਂ ਦੇ ਵਿੱਚ ਉਹ ਪਿਤਾ ਵਧਣ ਭਰਨ ਮੇਰੇ ਪਿਤਾ ਪਰਮੇਸ਼ਰ, ਬਹੁਤਾ ਫਲ ਲੱਗੇ ਉਹਨਾਂ ਖੱਤਿਆਂ ਦੇ ਵਿੱਚ ਮੇਰੇ ਪਿਆਰੇ ਖੁਦਾ। ਖੇਤੀ ਦੇ ਵਿੱਚ ਤੁਹਾਡੀ ਬਹੁਤ ਸਾਰੀ ਆਸ਼ਾ ਔਰ ਬਰਕਤ ਹੋਵੇ ਮੇਰੇ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਆ। ਉਹ ਤੇਲ ਲਹੂ ਪੂਰਾ ਅਭਿਸ਼ੇਕ ਉਤਰੇ ਉਹਦੇ ਉੱਤੇ ਮੇਰੇ ਪਿਤਾ। ਜਿਹੜੇ ਵੀ ਕਿਸੇ ਨੇ ਤੇਲ ਹੱਥ 'ਚ ਫੜਿਆ ਜਾਂ ਪਾਣੀ ਫੜਿਆ ਹੋਇਆ ਪ੍ਰਭੂ, ਉਹਦੇ ਵਿੱਚ ਤੇਰਾ ਲਹੂ ਐਡ ਕਰ ਦਿੰਦੇ ਆ ਯਿਸੂ ਮਸੀਹ। ਤੁਹਾਡਾ ਲਹੂ ਬਣ ਜਾਏ, ਤੁਹਾਡਾ ਲਹੂ ਬਣ ਜਾਏ। ਜਦੋਂ ਵੀ ਕੋਈ ਪੀਵੇ ਪ੍ਰਭੂ ਜੀ, ਤੇਰਾ ਲਹੂ ਸਮਝ ਕੇ ਪੀਵੇ ਤਾਂ ਉਹ ਅੰਦਰੋਂ ਸਾਫ਼ ਹੋ ਜਾਏ, ਉਹਦੇ ਪਾਪ ਮਾਫ ਹੋ ਜਾਂਦੇ, ਬਿਮਾਰੀਆਂ ਚਲੀਆਂ ਜਾਣ, ਸਾਰੀਆਂ ਦੁਸ਼ਟ ਆਤਮਾ ਦੇ ਜਕੜੇ ਆਜ਼ਾਦ ਹੋ ਜਾਣ ਮੇਰੇ ਪਿਤਾ। ਹਾਲੇਲੂਇਆ। ਜੇ ਕਿਸੇ ਦੇ ਵੀ ਪ੍ਰਭੂ ਉਹ ਤੇਲ ਲਾਇਆ ਜਾਏ ਤਾਂ ਪ੍ਰਭੂ ਜੀ ਬਹੁਤ ਵੱਡੇ ਵੱਡੇ ਕੰਮ ਹੋਣ, ਬਿਮਾਰੀਆਂ ਦੇ ਬੰਧਨ ਟੁੱਟ ਜਾਣ, ਲੋਕ ਆਜ਼ਾਦ ਹੋ ਜਾਣ ਮੇਰੇ ਯਿਸੂ ਮਸੀਹ। ਤੜੀ ਸ਼ਾਲਾ ਪਦਾ ਬਾਡੀ ਡਿਆ। ਤੁਹਾਡਾ ਧੰਨਵਾਦ ਕਰਦੀਆਂ ਮੇਰੇ ਪਿਤਾ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਕਰਦੀਆਂ ਪ੍ਰਭੂ ਜੀ। ਮੈਂ ਚੰਗਿਆਈ ਮੰਗਦੀਆਂ, ਇੱਕ ਇੱਕ ਦੇ ਲਈ ਚੰਗਿਆਈ ਮੰਗਦੀਆਂ। ਜੋ ਵੀ ਅੱਜ ਇਸ ਪ੍ਰਾਰਥਨਾ ਨੂੰ ਸੁਣੇ ਮੇਰੇ ਪਿਤਾ ਪਰਮੇਸ਼ਰ, ਉਹਨਾਂ ਦੇ ਉੱਤੇ ਤੁਹਾਡੇ ਵੱਡੇ ਵੱਡੇ ਕੰਮ ਦੇਖਣਾ ਮੰਗਦੀਆਂ ਮੇਰੇ ਪਿਤਾ ਪਰਮੇਸ਼ਰ। ਸੀ ਗਵਾਹੀਆਂ ਬਣਨ, ਇੱਕ ਇੱਕ ਦੇ ਵਿੱਚ ਅੱਜ ਗਵਾਹੀਆਂ ਬਣਨ ਮੇਰੇ ਪਿਤਾ ਪਰਮੇਸ਼ਰ। ਕਿ ਲੋਕ ਗਵਾਹੀਆਂ ਦੇਣ ਕਿ ਪ੍ਰਭੂ ਬਿਮਾਰੀਆਂ ਤੋਂ ਚੰਗੇ ਹੋ ਗਏ ਮੇਰੇ ਪਿਤਾ ਪਰਮੇਸ਼ਰ, ਦੁਸ਼ਟ ਆਤਮਾ ਦੇ ਜਕੜੇ ਆਜ਼ਾਦ ਹੋ ਗਏ ਮੇਰੇ ਯਿਸੂ ਮਸੀਹ। ਅੱਜ ਤੇਰੇ ਵੱਡੇ ਕੰਮ ਹੋਣ ਮੇਰੇ ਪਿਤਾ ਪਰਮੇਸ਼ਰ। ਤੇਰੇ ਵਚਨ ਵਿੱਚ ਵੀ ਲਿਖਿਆ ਕਿ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਉਹ ਕੰਮ ਤੁਹਾਨੂੰ ਜਲਦੀ ਹੀ ਦਿਸ ਪਵੇਗਾ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਉਸ ਨਵੇਂ ਕੰਮ ਦੇ ਲਈ ਪ੍ਰਭੂ ਜੀ। ਜੋ ਵੀ ਪਿਛਲਾ ਇਹਨਾਂ ਦੇ ਜ਼ਿੰਦਗੀਆਂ ਦੇ ਵਿੱਚ ਉਹ ਬੀਤ ਜਾਏ, ਅੱਗੇ ਨਵਾਂ ਹੋ ਜਾਏ। ਅੱਜ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਬਹੁਤਾ ਫਲ ਆਏ ਮੇਰੇ ਪਿਤਾ ਪਰਮੇਸ਼ਰ, ਚੰਗਿਆਈ ਆਏ, ਸ਼ਿਫਾ ਆਏ, ਆਸ਼ੀਸ਼ ਆਏ, ਬਰਕਤ ਆਏ ਮੇਰੇ ਪਿਤਾ ਪਰਮੇਸ਼ਰ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਜਿੰਨੇ ਵੀ ਇਸ ਦੁਆ ਨੂੰ ਸੁਣਨ ਪ੍ਰਭੂ ਜੀ ਆਸ਼ੀਸ਼ ਔਰ ਬਰਕਤ ਪਾਣ ਮੇਰੇ ਪਿਤਾ ਪਰਮੇਸ਼ਰ। ਮੈਂ ਤੇਰਾ ਧੰਨਵਾਦ ਕਰਦੀ ਹਾਂ। ਜੇ ਕਿਸੇ ਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਉਹ ਕਮੈਂਟ ਕਰੇ, ਪ੍ਰਾਰਥਨਾ ਕੀਤੀ ਜਾਏਗੀ। ਪ੍ਰਭੂ ਤੁਹਾਨੂੰ ਸੰਭਾਲ ਕੇ ਰੱਖੇ, ਤੁਹਾਨੂੰ ਆਪਣੇ ਸੱਜੇ ਹੱਥ ਨਾਲ ਢੱਕ ਕੇ ਰੱਖੇ ਯਿਸੂ ਮਸੀਹ ਦੇ ਨਾਮ 'ਚ। ਆਮੀਨ।